ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਰਹਾਉ ਬਾਦ ਬਿਬਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਅਬ ਜੀ ਜਾਨ ਐਸੀ ਬਨ ਆਈ, ਮਿਲੋਂ ਗੋਪਾਲ ਨਿਸ਼ਾਨ ਬਜਾਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਸਰਵਰੇ ਕਾਇਨਾਤ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਿਕਾਰਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼ਾਮਾਂ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗੁਰੂ ਪਿਆਰਿਆਂ ਪਾਸੋਂ ਸ਼ਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਕਾਰਥਾ ਬਣਾਉਣ ਦਾ ਯਤਨ ਕਰ ਰਹੇ ਸੀ। ਆਓ ਚੱਲ ਰਹੀ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਜਿਤਨੇ ਵੀ ਮਾਈ ਭਾਈ ਜਨ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬੈਠੇ ਹੋ, ਸ਼ਬਦ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਕਰੋ। ਬੁਲੰਦ ਆਵਾਜ਼ ਵਿੱਚ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੇ ਜੋ ਸ਼ਬਦ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਭੈਰੋਂ ਰਾਗ ਦੇ ਅੰਦਰ
ਤਬਲੇ ਦੇ ਨਾਲ ਸੰਬੰਧਿਤ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1164 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਦੇ ਪਿਆਰ ਵਾਲਿਓ, ਇਸ ਸਮੁੱਚੇ ਸ਼ਬਦ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਨੇ ਬੜਾ ਹੀ ਪਿਆਰਾ ਸੁਨੇਹਾ ਬਖਸ਼ਦਿਆਂ ਸਾਨੂੰ ਇਸ ਸ਼ਬਦ ਦੇ ਰਾਹੀਂ ਚੰਗਾ ਜੀਵਨ ਜਿਉਣ ਦੀਆਂ ਕੁਝ ਹਦਾਇਤਾਂ ਕੀਤੀਆਂ ਨੇ। ਦੁਨੀਆ ਵਾਲਿਆਂ ਦਾ ਇੱਕ ਦਸਤੂਰ ਹੈ, ਜੋ ਮਨੁੱਖ ਸੱਚ ਦੇ ਮਾਰਗ ਤੇ ਚੱਲਦਾ ਹੋਵੇ, ਚੰਗਾ ਜੀਵਨ ਜਿਉ ਰਿਹਾ ਹੋਵੇ, ਨੇਕੀ ਸਚਾਈ ਤੇ ਧਰਮ ਦੇ ਰਸਤੇ ਤੇ ਚੱਲਦਿਆਂ ਅਕਸਰ ਹੀ ਉਸ ਮਨੁੱਖ ਨੂੰ ਹਜ਼ਾਰਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਕਈ ਵਾਰੀ ਬੰਦਾ ਇਸ ਤਰ੍ਹਾਂ ਦੇ ਵੀ ਫੈਸਲੇ ਲੈ ਲੈਂਦਾ ਕਿ ਮੈਂ ਇਸ ਧਰਮ ਤੋਂ ਜਾਂ ਮੈਂ ਇਸ ਸੱਚ ਤੋਂ ਕੀ ਲੈਣਾ ਹੈ, ਜਿੱਥੇ ਲੋਕ ਮੇਰੇ ਮਗਰ ਪੈ ਕੇ ਮੈਨੂੰ ਬੁਰਾ ਭਲਾ ਆਖਦੇ ਹੋਣ, ਜਿੱਥੇ ਲੋਕ ਮੇਰੀ ਸ਼ਖਸੀਅਤ ਦੇ ਖਿਲਾਫ, ਮੇਰੇ ਕਿਰਦਾਰ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਤਿਆਰ ਕਰਕੇ ਮੈਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹੋਣ। ਤੋ ਸਮਾਜਿਕ ਤਲ ਤੇ ਜਿਉਂਦਾ ਬੰਦਾ ਕਈ ਵਾਰੀ ਐਸੇ ਫੈਸਲੇ ਆਪਣੇ ਮਨ ਦੇ ਨਾਲ ਲੈ ਲੈਂਦਾ ਹੈ, ਔਰ ਉਹਨਾਂ ਫੈਸਲਿਆਂ ਦੇ ਨਾਲ ਕਿਸੇ ਦੂਸਰੇ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਕਰਦਾ, ਸਗੋਂ ਬੰਦਾ ਆਪਣਾ ਹੀ ਨੁਕਸਾਨ ਖੁਦ ਆਪ ਕਰ ਲੈਂਦਾ ਹੈ। ਔਰ ਪੂਰੇ ਵਿਸ਼ਵਾਸ ਦੇ ਨਾਲ ਸੱਚ ਦੇ ਆਧਾਰ ਤੇ ਜ਼ਿੰਦਗੀ ਜਿਉਣ ਲਈ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਸਾਡੇ ਸਾਹਮਣੇ ਹੈ। ਔਰ ਇਸ ਸ਼ਬਦ ਦੇ ਰਾਹੀਂ ਭਗਤ ਨਾਮਦੇਵ ਸਾਹਿਬ ਜੀ ਨੇ ਇਹ ਵੀ ਦੱਸਿਆ ਕਿ ਮੇਰੇ ਜੀਵਨ ਵਿੱਚ ਕੀ ਕੀ ਰੁਕਾਵਟਾਂ ਆਈਆਂ। ਔਰ ਭਗਤ ਨਾਮਦੇਵ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਵੇਖੀਏ, ਉਸ ਵਕਤ ਦੇ ਧਾਰਮਿਕ ਪੁਜਾਰੀ ਭਗਤ ਨਾਮਦੇਵ ਸਾਹਿਬ ਜੀ ਨੂੰ ਸ਼ੂਦਰ, ਨੀਵੀਂ ਜ਼ਾਤ ਵਾਲਾ, ਔਰ ਜਿੰਨੇ ਕੁ ਸ਼ਬਦ ਭਗਤ ਨਾਮਦੇਵ ਸਾਹਿਬ ਜਾਂ ਭਗਤ ਕਬੀਰ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਉਸ ਵਕਤ ਦੇ ਹਾਕਮਾਂ ਨੇ ਜਾਂ ਧਾਰਮਿਕ ਪੁਜਾਰੀਆਂ ਨੇ ਜਾਂ ਸਮਾਜਿਕ ਲੋਕਾਂ ਨੇ ਵਰਤੇ ਨੇ ਨਾ, ਔਰ ਸ਼ਾਇਦ ਉਹ ਸ਼ਬਦ ਕੋਈ ਸਾਡੀ ਸ਼ਾਨ ਦੇ ਖਿਲਾਫ ਬੋਲ ਦੇਵੇ ਤਾਂ ਅਸੀਂ ਧਰਮ ਛੱਡਣ ਲਈ ਤਿਆਰ ਹੋ ਜਾਂਦੇ ਹਾਂ, ਅਸੀਂ ਸੱਚ ਤੋਂ ਭਟਕਣ ਲਈ ਤਿਆਰ ਹੋ ਜਾਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਭੱਦੇ ਸ਼ਬਦਾਂ ਦੇ ਨਾਲ ਸਮਾਜਿਕ ਲੋਕ ਸੰਬੋਧਨ ਹੋਏ ਨੇ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਇੱਥੇ ਬੌਰਾ ਸ਼ਬਦ ਬਾਣੀ ਦੇ ਅੰਦਰ ਭਗਤਾਂ ਨੇ ਵੀ ਵਰਤਿਆ, ਗੁਰੂ ਨਾਨਕ ਸਾਹਿਬ ਜੀ ਨੇ ਵੀ ਵਰਤਿਆ, ਤੇ ਭਗਤ ਨਾਮਦੇਵ ਸਾਹਿਬ ਜੀ ਦੇ ਅੱਜ ਦੇ ਸ਼ਬਦ ਵਿੱਚ ਵੀ ਮੈਂ ਬੌਰੀ ਮੇਰਾ ਰਾਮ ਪਤਾਰ ਸ਼ਬਦ ਆਇਆ ਹੈ। ਬੌਰੇ ਦਾ ਅਰਥ ਹੁੰਦਾ ਹੈ ਵੀ ਜਿਹਨੂੰ ਕੁਝ ਪਤਾ ਨਾ ਲੱਗਦਾ ਹੋਵੇ, ਆਮ ਤੌਰ ਤੇ ਸਮਾਜਿਕ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਹਨੂੰ ਕੁਝ ਦਿਸਦਾ ਨਾ ਹੋਵੇ, ਜਿਹਨੂੰ ਆਵਾਜ਼ ਸੁਣਾਈ ਨਾ ਦੇਵੇ, ਜਾਂ ਸੁਣਨ ਤੋਂ ਬਾਅਦ ਵੀ ਉਸ ਗੱਲ ਨੂੰ ਇਗਨੋਰ ਕਰ ਦੇਵੇ, ਤੇ ਲੋਕ ਕਹਿੰਦੇ ਵੀ ਇਹ ਬੌਰਾ ਹੋਇਆ ਹੈ, ਇਹਨੂੰ ਦਿਸਦਾ ਨਹੀਂ ਹੈ, ਇਹਨੂੰ ਸੁਣਦਾ ਨਹੀਂ ਹੈ। ਔਰ ਸੁਣਨ ਤੋਂ ਵੇਖਣ ਤੋਂ ਬਾਅਦ ਵੀ ਜਦੋਂ ਕੋਈ ਉਸ ਗੱਲ ਦਾ ਪ੍ਰਤੀਕਰਮ ਨਾ ਦੇਵੇ ਤਾਂ ਲੋਕ ਕਹਿੰਦੇ ਵੀ ਇਹ ਤਾਂ ਬੌਰਾ ਹੋ ਗਿਆ, ਇਹਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚ ਦੇ ਸੂਰਜ ਬਣ ਕੇ ਇਸ ਸੰਸਾਰ ਦੇ ਅੰਦਰ ਆਏ ਨਾ, ਉਹਨਾਂ ਨੇ ਦੁਨੀਆ ਵਾਲਿਆਂ ਦੇ ਨਾਲੋਂ ਕੁਝ ਨਿਵੇਕਲਾ ਰਸਤਾ ਚੁਣਿਆ। ਵੈਸੇ ਨਾ ਇੱਕ ਕਵੀ ਦੇ ਬੜੇ ਪਿਆਰੇ ਬੋਲ ਨੇ, ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਉਹ ਲਿਖਦਾ ਹੈ। ਉਸ ਕਵੀ ਨੇ ਬੜਾ ਸੁੰਦਰ ਲਿਖਿਆ, ਉਹ ਰਾਹਾਂ ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਤੇ ਰਾਹ ਬਣ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਇਹ ਕੁਝ ਸ਼ਬਦ ਲਿਖੇ ਹਨ ਵੀ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ 'ਚ ਆਏ ਨਾ, ਤੇ ਬੜੇ ਰਸਤੇ ਬਣੇ ਹੋਏ ਸੀ, ਬੜੇ ਤਰ੍ਹਾਂ ਤਰ੍ਹਾਂ ਦੇ ਰਸਤੇ ਬਣੇ ਹੋਏ ਸੀ। ਕੋਈ ਹਵਾ ਦੀ ਪੂਜਾ ਕਰਨ ਵਾਲਾ, ਕੋਈ ਪਾਣੀ ਦੀ ਪੂਜਾ ਕਰਨ ਵਾਲਾ, ਕੋਈ ਅੱਗ ਦੀ ਪੂਜਾ ਕਰਨ ਵਾਲਾ, ਕੋਈ ਮਿੱਟੀ ਦੀਆਂ ਢੇਰੀਆਂ ਦੀ ਪੂਜਾ ਕਰਨ ਵਾਲਾ, ਕੋਈ ਬੰਦਿਆਂ ਦੀ ਪੂਜਾ ਕਰਨ ਵਾਲਾ, ਕੋਈ ਪਸ਼ੂਆਂ ਦੀ ਪੂਜਾ ਕਰਨ ਵਾਲਾ, ਕੋਈ ਜੜ ਦੀ ਪੂਜਾ ਕਰਨ ਵਾਲਾ, ਤੇ ਕੋਈ ਪੱਥਰ ਦੀ ਪੂਜਾ ਕਰਨ ਵਾਲਾ। ਇਹ ਬੇਅੰਤ ਰਸਤੇ ਸਨ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਬੇਅੰਤ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਚੁਣਿਆ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਾਲਾ ਰਸਤਾ ਸੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ
ਇਹ ਬਚਨ ਖੁਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਆਪਣੀ ਬਾਣੀ ਦੇ ਵਿੱਚ ਆਖਦੇ ਨੇ, ਜਿਸ ਬਾਣੀ ਦਾ ਸਿਰਲੇਖ ਹੈ ਸਿੱਧ ਗੋਸ਼ਟ, ਔਰ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਮਹਾਰਾਜ ਜੀ ਦੀ। ਤੇ ਸਤਿਗੁਰੂ ਉਸ ਵਕਤ ਵੀ ਕਹਿੰਦੇ ਵੀ ਮੈਂ ਤਾਂ ਸੱਚ ਦੀ ਖੋਜ ਵਿੱਚ ਤੁਰਿਆ, ਮੈਂ ਤਾਂ ਰੱਬ ਨੂੰ ਮਿਲਣ ਵਾਸਤੇ ਤੁਰਿਆ, ਮੇਰਾ ਕੋਈ ਪੰਥ, ਮੇਰਾ ਕੋਈ ਇਦਾਂ ਦਾ ਹੋਰ ਨਿਸ਼ਾਨਾ ਨਹੀਂ ਹੈ ਕਿ ਤੁਹਾਡੇ ਵਾਂਗੂ ਗੇਰੂਏ ਰੰਗ ਦੇ ਕੱਪੜੇ ਪਾ ਕੇ ਤੇ ਜਾਂ ਵੱਖਰੇ ਤੌਰ ਤੇ ਮੈਂ ਆਪਣਾ ਨਵਾਂ ਪੰਥ ਚਲਾਵਾਂ। ਮੇਰਾ ਤੇ ਪੰਥ ਇੱਕੋ ਹੀ ਹੈ, ਮਾਲਕ ਕਰਤਾ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਬਣਾਉਣੀ। ਔਰ ਇਹਨੂੰ ਆਖਿਆ ਗਿਆ ਸੀ ਸੱਚ ਦਾ ਮਾਰਗ, ਇਹਨੂੰ ਆਖਿਆ ਸੀ ਸੱਚਾ ਰਸਤਾ, ਇੱਕੋ ਇੱਕ ਜ਼ਿੰਦਗੀ ਦਾ ਸੱਚਾ ਰਸਤਾ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੁਣਿਆ। ਬੇਅੰਤ ਰਸਤੇ ਬਣੇ ਹੋਏ ਸਨ, ਪਰ ਸਤਿਗੁਰੂ ਨੇ ਉਹ ਸੌਖਾ ਰਸਤਾ ਚੁਣਿਆ ਜਿਸ ਰਸਤੇ ਦੇ ਵਿੱਚ ਕੋਈ ਵਿਚੋਲਾ ਨਹੀਂ ਹੈ, ਜਿਸ ਰਸਤੇ ਤੇ ਚੱਲਦਿਆਂ ਹਜ਼ਾਰਾਂ ਔਂਕੜਾਂ ਆ ਸਕਦੀਆਂ ਨੇ, ਔਰ ਉਹਨਾਂ ਔਂਕੜਾਂ ਦੇ ਆਉਣ ਲੱਗਿਆਂ ਕੋਈ ਭੂਤਨਾ ਵੀ ਕਹਿ ਸਕਦਾ, ਕੋਈ ਬੇਤਾਲਾ ਵੀ ਕਹਿ ਸਕਦਾ, ਔਰ ਦੇਰ ਨਹੀਂ ਲੱਗੇਗੀ ਉਹਨਾਂ ਔਂਕੜਾਂ ਦੇ ਆਉਣ ਲੱਗਿਆਂ। ਖੈਰ ਉਹ ਲਿਖਦਾ ਕਵੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਬੇਅੰਤ ਰਸਤੇ ਸੀ, ਪਰ ਸਤਿਗੁਰੂ ਨੇ ਉਹ ਰਸਤਾ ਚੁਣਿਆ ਜਿਸ ਰਸਤੇ ਤੇ ਚੱਲ ਕੇ ਜ਼ਿੰਦਗੀ ਆਨੰਦਮਈ ਤੇ ਖੁਸ਼ਹਾਲ ਬਣਦੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਨਿਵੇਕਲਾ ਰਸਤਾ ਚੁਣਿਆ ਨਾ ਧਾਰਮਿਕ ਪੁਜਾਰੀਆਂ ਨੇ ਵਿਰੋਧ ਕੀਤਾ, ਸਮੇਂ ਦੇ ਹਾਕਮਾਂ ਨੇ ਵਿਰੋਧ ਕੀਤਾ, ਔਰ ਆਮ ਅਨਪੜ੍ਹ ਤੇ ਗਵਾਰ ਲੋਕਾਂ ਨੇ ਬੜਾ ਰੱਜ ਕੇ ਵਿਰੋਧ ਕੀਤਾ ਤੇ ਬੌਰਾ ਆਖਿਆ। ਸਤਿਗੁਰੂ ਕਹਿੰਦੇ ਵੀ ਸੱਚ ਗੱਲ ਹੈ ਤੁਹਾਡੀ ਕਿ ਮੈਂ ਬੌਰਾ ਹਾਂ, ਪਰ ਮੈਂ ਤੁਹਾਡੇ ਵਾਂਗ ਬੌਰਾ ਨਹੀਂ ਹੈ। ਤੁਸੀਂ ਸੱਚ ਵੱਲੋਂ ਬੌਰੇ ਹੋ ਗਏ ਜੀ, ਪਰ ਮੈਂ ਝੂਠ ਵੱਲੋਂ ਬੌਰਾ ਹੋ ਗਿਆ। ਮੈਂ ਝੂਠ ਨੂੰ ਪਸੰਦ ਨਹੀਂ ਕਰਦਾ ਤੇ ਤੁਸੀਂ ਸੱਚ ਨੂੰ ਪਸੰਦ ਨਹੀਂ ਕਰਦੇ। ਇੱਕ ਮੈਂ ਬੇਨਤੀ ਕਰਦਾ ਜਾਵਾਂ, ਕਈ ਵਾਰੀ ਨਾ ਗੁਰੂ ਘਰ ਆ ਕੇ ਵੀ ਅਸੀਂ ਇਹ ਗੱਲ ਕਹਿ ਦਿੰਨੇ ਵੀ ਗੁਰੂ ਸਾਡੀ ਗੱਲ ਨਹੀਂ ਮੰਨਦਾ। ਖਿਆਲ ਕਰਨਾ ਸਾਧ ਸੰਗਤ, ਸਾਡੀ ਗੁਰੂ ਗੱਲ ਨਹੀਂ ਮੰਨਦਾ, ਪਰ ਕਦੇ ਖੋਜ ਕੇ ਵੇਖੀਏ ਵੀ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ। ਵੀ ਜੇ ਤਾਂ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ ਤੇ ਗੁਰੂ ਵੀ ਗੱਲ ਮੰਨੇਗਾ ਸਾਡੀ। ਜੋ ਗੱਲ ਗੁਰੂ ਕਹਿੰਦਾ ਹੈ ਉਹ ਅੱਜ ਦੇ ਸਿੱਖ ਨੂੰ ਚੰਗੀ ਨਹੀਂ ਲੱਗਦੀ, ਤੇ ਜੋ ਸਿੱਖ ਕਰਦਾ ਉਹ ਗੁਰੂ ਨੂੰ ਚੰਗਾ ਨਹੀਂ ਲੱਗਦਾ। ਫਰਕ ਪੈ ਗਿਆ ਨਾ, ਵੀ ਜਿਹੜੇ ਕਰਮ ਅੱਜ ਦੇ ਸਿੱਖ ਦੇ ਬਣ ਗਏ ਨਾ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਤੇ ਜੋ ਗੁਰੂ ਕਹਿ ਰਿਹਾ ਨਾ ਉਹ ਸਿੱਖ ਪ੍ਰਵਾਨ ਨਹੀਂ ਕਰ ਰਿਹਾ, ਕਿਉਂਕਿ ਸਿੱਖ ਤਾਂ ਇਹ ਕਹਿ ਕੇ ਪੱਲਾ ਝਾੜ ਦਿੰਦਾ ਵੀ ਮਹਾਰਾਜ ਇਹ ਗੱਲਾਂ ਸਾਡੇ ਤੋਂ ਥੋੜਾ ਮੰਨੀਆਂ ਜਾਣੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਵੀ ਕੁਝ ਇਦਾਂ ਦਾ ਵਾਪਰਿਆ। ਉਸ ਵਕਤ ਵੀ ਮਹਾਰਾਜ ਨੂੰ ਕਹਿੰਦੇ ਵੀ ਬੌਰਾ ਹੋ ਗਿਆ, ਗੁਰੂ ਤਾਂ ਬੌਰਾ ਹੋ ਗਿਆ, ਨਾਨਕ ਤਾਂ ਬੌਰਾ ਹੋ ਗਿਆ, ਪਰ ਮਹਾਰਾਜ ਕਹਿੰਦੇ ਬੌਰਾ ਤੁਹਾਡਾ ਨਹੀਂ ਮੈਂ ਤੁਹਾਡੇ ਵਾਂਗੂ ਅੱਖਾਂ ਨਹੀਂ ਮੀਟੀਆਂ, ਮੈਂ ਸੱਚ ਬੋਲਦਾ ਸਮੇਂ ਤੇ, ਮੈਂ ਬੁਰਾਈਆਂ ਵਾਲੇ ਪਾਸਿਆਂ ਤੋਂ ਬੌਰਾ ਹੋ ਗਿਆ, ਮੈਂ ਝੂਠ ਵਾਲੇ ਪਾਸੇ ਤੋਂ ਬੌਰਾ ਹੋ ਗਿਆ, ਤੇ ਬੌਰਾ ਮੈਂ ਤੁਹਾਡਾ ਨਹੀਂ, ਮੈਂ ਇੱਕ ਸ਼ਾਹ ਦਾ ਹਾਂ, ਕਰਤਾ ਪੁਰਖ ਵਾਹਿਗੁਰੂ ਦਾ ਬੌਰਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਮੈਂ ਇੱਕ ਮਾਲਕ ਤੋਂ ਬਿਨਾਂ, ਇੱਕ ਕਰਤਾ ਪੁਰਖ ਦੇ ਗੁਣਾਂ ਤੋਂ ਬਿਨਾਂ ਮੈਂ ਕਿਸੇ ਦੀ ਹੋਰ ਰਤਾ ਜਿੰਨੀ ਵੀ ਪ੍ਰਵਾਹ ਨਹੀਂ ਕਰਦਾ। ਇਸ ਲਈ ਮੈਂ ਬਾਕੀ ਸਾਰੇ ਪਾਸਿਆਂ ਤੋਂ ਬੌਰਾ ਹਾਂ, ਤੇ ਨਹੀਂ ਬੌਰਾ ਤੇ ਮੈਂ ਆਪਣੇ ਮਾਲਕ ਦੇ ਦਰ ਤੇ ਬੌਰਾ ਨਹੀਂ, ਕਿਉਂਕਿ ਮੈਂ ਆਪਣੇ ਮਾਲਕ ਦੇ ਰਸਤੇ ਵੱਲ ਨੂੰ ਤੁਰ ਪਿਆ। ਇਦਾਂ ਦੀ ਗੱਲ ਕਬੀਰ ਸਾਹਿਬ ਨੇ ਵੀ ਕਹੀ। ਕਬੀਰ ਸਾਹਿਬ ਨੂੰ ਲੋਕਾਂ ਨੇ ਆਖਿਆ ਵੀ ਕਬੀਰ ਬੌਰਾ ਹੋ ਗਿਆ, ਕਬੀਰ ਬੌਰਾ ਹੋ ਗਿਆ। ਉਹ ਕਹਿੰਦੇ ਵੀ ਤੁਸੀਂ ਰੱਜ ਰੱਜ ਕੇ ਕਹੋ ਕਬੀਰ ਬੌਰਾ ਹੋ ਗਿਆ, ਝੱਲਾ ਹੋ ਗਿਆ, ਕਮਲਾ ਹੋ ਗਿਆ। ਕਹਿੰਦੇ ਵੀ ਕਹਿਣ ਦਾ ਕੀ ਫਰਕ ਪਵੇਗਾ, ਤੁਸੀਂ ਜੋ ਕਰਦੇ ਹੋ ਨਾ ਮੈਂ ਉਹ ਨਹੀਂ ਕਰਾਂਗਾ। ਤੁਸੀਂ ਲੋਕ ਪੂਜਾ ਕਰਦੇ ਹੋ ਹਵਾ ਦੀ, ਪਾਣੀ ਦੀ, ਅੱਗ ਦੀ, ਮੈਂ ਪੂਜਾ ਕਰਦਾ ਇੱਕ ਰੱਬ ਦੀ। ਫਰਕ ਆ ਹੈ। ਇਦਾਂ ਦੀ ਗੱਲ ਭਗਤ ਨਾਮਦੇਵ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਕਹੀ ਹੈ। ਲੋਕ ਨਿੰਦਾ ਕਰਦੇ ਨੇ, ਲੋਕ ਚੁਗਲੀਆਂ ਕਰਦੇ ਨੇ, ਲੋਕ ਭਗਤ ਨਾਮਦੇਵ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਮੰਦੇ ਭੱਦੇ ਸ਼ਬਦ ਬੋਲਦੇ ਨੇ। ਇੱਥੋਂ ਤੱਕ ਕਿ ਧਾਰਮਿਕ ਪੁਜਾਰੀ ਵੀ ਲੋਕਾਂ ਨੂੰ ਪ੍ਰੇਰਿਤ ਕਰਦਾ ਵੀ ਨਾਮਦੇਵ ਸਾਹਿਬ ਤਾਂ ਕਮਲਾ ਹੋ ਗਿਆ, ਨਾਮਦੇਵ ਸਾਹਿਬ ਤਾਂ ਸ਼ੂਦਰ ਹੈ। ਨਾਮਦੇਵ ਸਾਹਿਬ ਦੇ ਬਾਰੇ ਤਾਂ ਇਹ ਵੀ ਕਿਹਾ ਗਿਆ ਵੀ ਇਹ ਤੇ ਨੀਵੀਂ ਜ਼ਾਤ ਦਾ, ਇਹਨੂੰ ਕੀ ਪਤਾ ਭਗਵਾਨ ਕੀ ਹੁੰਦਾ, ਰੱਬ ਕੀ ਹੁੰਦਾ ਹੈ, ਇਹਨੂੰ ਤਾਂ ਮੰਦਿਰ ਦੇ ਦਰਵਾਜ਼ੇ ਤੱਕ ਨਹੀਂ ਆਉਣ ਦਿੱਤਾ ਤੇ ਇਹ ਰੱਬ ਦੀਆਂ ਗੱਲਾਂ ਕਰਦਾ ਹੈ। ਇਤਿਆਦਿਕ ਸ਼ਬਦ ਉਸ ਵਕਤ ਧਾਰਮਿਕ ਪੁਜਾਰੀਆਂ ਨੇ ਭਗਤ ਨਾਮਦੇਵ ਜੀ ਦੇ ਬਾਰੇ ਵਰਤੇ, ਤੇ ਭਗਤ ਨਾਮਦੇਵ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਆਖਿਆ ਮੈਂ ਬੌਰੀ, ਮੇਰਾ ਰਾਮ ਪਤਾਰ। ਪਤਾਰ ਦਾ ਅਰਥ ਹੁੰਦਾ ਹੈ ਭਰਤ, ਪਤਾਰ ਦਾ ਅਰਥ ਹੁੰਦਾ ਹੈ ਪਤੀ, ਖਸਮ। ਮੈਂ ਪਤੀ ਵਾਲੀ ਬਣ ਗਈ ਹਾਂ, ਮੈਂ ਜੀਵ ਇਸਤਰੀ। ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਮੇਰਾ ਰਾਮ ਪਤਾਰ, ਮੈਂ ਤਾਂ ਆਪਣੇ ਮਾਲਕ ਵਾਲੀ ਬਣ ਗਈ ਹਾਂ। ਭਾਵ ਮੈਂ ਆਪਣੇ ਮਾਲਕ ਵਾਲਾ ਬਣ ਗਿਆ, ਮੈਨੂੰ ਕਿਸੇ ਦਾ ਕੋਈ ਖਤਰਾ ਨਹੀਂ। ਮੈਂ ਬੌਰਾ ਹਾਂ ਨਾ, ਲੋਕ ਮੈਨੂੰ ਰੱਜ ਰੱਜ ਕੇ ਕਹਿਣ, ਲੋਕ ਮੇਰੀ ਨਿੰਦਾ ਕਰਨ,
ਵੈਸੇ ਨਾ ਅੱਜ ਦੇ ਸਮੇਂ ਦੇ ਵਿੱਚ ਨਿੰਦਾ ਦੀ ਪਰਿਭਾਸ਼ਾ ਵੀ ਬੜੀ ਉਲਟ ਪੁਲਟ ਜਿਹੀ ਬਿਆਨ ਕੀਤੀ ਹੈ। ਨਿੰਦਾ ਅਸਲ ਵਿੱਚ ਸ਼ਬਦ ਨਾ ਭਾਈ ਕਾਹਨ ਸਿੰਘ ਜੀ ਨਾਭਾ ਉਹਨਾਂ ਨੇ ਮਹਾਨ ਕੋਸ਼ ਵਿੱਚ ਨਿੰਦਾ ਦੇ ਅਰਥ ਕੀਤੇ ਨੇ। ਡਾਕਟਰ ਰਤਨ ਸਿੰਘ ਜੱਗੀ ਨੇ ਨਿੰਦਾ ਦੇ ਅਰਥ ਕੀਤੇ ਨੇ, ਬੜੇ ਪਿਆਰੇ ਨਿੰਦਾ ਦੇ ਅਰਥ ਕੀਤੇ। ਅਸਲ 'ਚ ਨਿੰਦਾ ਪਤਾ ਕਿਹਨੂੰ ਆਖਿਆ ਜਾਂਦਾ ਹੈ? ਜਦੋਂ ਕਿਸੇ ਦੀ ਪਿੱਠ ਪਿੱਛੇ ਬੰਦਾ, ਜੀਵਨ ਵਿੱਚ ਬੰਦੇ ਦੇ ਸੱਚ ਹੋਵੇ ਤੇ ਉਹਦੀ ਪਿੱਠ ਪਿੱਛੇ ਬੰਦਾ ਖੜ ਕੇ ਉਹਦੀ ਸ਼ਖਸੀਅਤ ਬਾਰੇ ਕੋਈ ਝੂਠੀਆਂ ਗੱਲਾਂ ਬਣਾ ਕੇ ਪੇਸ਼ ਕਰੇ, ਇਹਨੂੰ ਆਖਿਆ ਜਾਂਦਾ ਨਿੰਦਾ। ਸੌਖੇ ਸ਼ਬਦਾਂ ਦੇ ਵਿੱਚ ਇੱਕ ਫੁੱਲ ਨੂੰ ਕੋਈ ਕੰਡਾ ਕਹੀ ਜਾਵੇ, ਇਹਨੂੰ ਆਖਿਆ ਜਾਂਦਾ ਨਿੰਦਾ। ਤੇ ਜਦੋਂ ਕੋਈ ਕੰਡੇ ਨੂੰ ਫੁੱਲ ਕਵੇ ਨਾ, ਉਹਨੂੰ ਆਖਿਆ ਜਾਂਦਾ ਖੁਸ਼ਾਮਦੀ। ਅਕਸਰ ਹੀ ਆਪਾਂ ਦੇਖਦੇ ਹਾਂ ਜਿਨ੍ਹਾਂ ਦਾ ਕਿਰਦਾਰ ਬਿਲਕੁਲ ਧਰਤੀ ਤੇ ਡਿੱਗਾ ਹੁੰਦਾ ਹੈ ਨਾ, ਲੋਕ ਉਹਦੀ ਵਾਹ ਕਰਦੇ ਨੇ, ਲੋਕ ਉਹਦੀ ਚਾਪਲੂਸੀ ਕਰਦੇ ਨੇ, ਇਹਨੂੰ ਆਖਿਆ ਜਾਂਦਾ ਖੁਸ਼ਾਮਦੀ। ਲੋਕ ਜਦੋਂ ਕੰਡੇ ਨੂੰ ਫੁੱਲ ਤੇ ਫੁੱਲ ਨੂੰ ਕੰਡਾ ਕਹਿਣ ਲੱਗ ਪੈਣ ਨਾ, ਜਿੱਥੇ ਫੁੱਲ ਨੂੰ ਕੰਡਾ ਕਿਹਾ ਜਾਂਦਾ, ਗੁਰੂ ਕੇ ਪਿਆਰਿਓ, ਬਸ ਇਹਨੂੰ ਹੀ ਨਿੰਦਾ ਆਖਿਆ ਜਾਂਦਾ ਹੈ। ਭਾਵ ਚੰਗੇ ਜੀਵਨ ਦੇ ਬਾਰੇ ਜਦੋਂ ਮੰਦੇ ਸ਼ਬਦ ਬੋਲੇ ਕੋਈ, ਚੰਗੇ ਜੀਵਨ ਦੇ ਬਾਰੇ ਅਣਹੋਈਆਂ ਗੱਲਾਂ ਤਿਆਰ ਕਰਕੇ ਕੋਈ ਬੋਲੇ, ਤਾਂ ਇਹਨੂੰ ਆਖਿਆ ਜਾਂਦਾ ਨਿੰਦਾ। ਇਹਨੂੰ ਆਖਿਆ ਜਾਂਦਾ ਕਿਸੇ ਦੀ ਬੁਰਾਈ ਕਰਨੀ, ਚੁਗਲੀ ਕਰਨੀ। ਚੁਗਲੀ ਕਰਦਾ ਕੌਣ ਹੈ? ਅਸਲ ਵਿੱਚ ਮਹਾਰਾਜ ਦੀ ਬਾਣੀ ਨੇ ਆਖਿਆ ਨਿੰਦਕ ਤੇ ਚੁਗਲ ਇਕੱਠੇ ਹੋ ਜਾਂਦੇ ਨੇ, ਚੁਗਲੀਆਂ ਕਰਨ ਵਾਲੇ, ਨਿੰਦਾ ਕਰਨ ਵਾਲੇ। ਅੱਜ ਹਰ ਬੰਦਾ ਹੀ ਕਹੀ ਜਾਂਦਾ ਵੀ ਫਲਾਣਾ ਬੰਦਾ ਮੇਰੀ ਨਿੰਦਾ ਕਰਦਾ ਹੈ। ਪਰ ਇੱਕ ਗੱਲ ਧਿਆਨ 'ਚ ਰੱਖਣਾ ਸਾਧ ਸੰਗਤ, ਵਕਤੀ ਸਮੇਂ ਤੇ ਬੋਲਿਆ ਹੋਇਆ ਸੱਚ, ਜੋ ਕਿਸੇ ਦੀ ਸ਼ਖਸੀਅਤ ਹੈ ਅੰਦਰ, ਉਹਦੇ ਬਾਰੇ ਜੋ ਕਹਿ ਦਿੱਤਾ, ਸੱਚ ਕਹਿ ਦਿੱਤਾ, ਉਹਨੂੰ ਨਿੰਦਾ ਨਹੀਂ ਆਖਿਆ ਜਾਂਦਾ। ਜੇ ਕਿਸੇ ਬੰਦੇ ਨੇ ਜੀਵਨ 'ਚ ਗਲਤੀ ਕੀਤੀ ਹੈ ਨਾ, ਔਰ ਉਹਦੇ ਬਾਰੇ ਇਹ ਕਹਿ ਦਿੱਤਾ ਜਾਵੇ ਵੀ ਇਹ ਗਲਤ ਹੈ, ਇਹਨੂੰ ਨਿੰਦਾ ਨਹੀਂ ਆਖਿਆ ਜਾਂਦਾ। ਇਹ ਤਾਂ ਸਮੇਂ ਦਾ ਬੋਲਿਆ ਸੱਚ ਹੈ ਵੀ ਜੋ ਉਹਦੀ ਸ਼ਖਸੀਅਤ ਸੀ ਉਹਨੂੰ ਉਹਨਾਂ ਸ਼ਬਦਾਂ ਨਾਲ ਬਿਆਨ ਕੀਤਾ ਗਿਆ। ਖੈਰ ਭਗਤ ਨਾਮਦੇਵ ਸਾਹਿਬ ਜੀ ਦੀ ਜੋ ਸੱਚੀ ਸੁੱਚੀ ਸ਼ਖਸੀਅਤ ਹੈ ਨਾ, ਉਹਦੇ ਬਾਰੇ ਬ੍ਰਾਹਮਣ ਨੇ ਬੜੀਆਂ ਕਹਾਣੀਆਂ ਘੜੀਆਂ, ਬੜਾ ਕੁਝ ਬੋਲਿਆ, ਬੜਾ ਕੁਝ ਬਿਆਨ ਕੀਤਾ ਵੀ ਦੇਖੋ ਨਾਮਦੇਵ ਤਾਂ ਸ਼ੂਦਰ ਹੈ, ਨਾਮਦੇਵ ਤਾਂ ਸ਼ੀਂਬਾ ਜਾਤ ਦਾ ਹੈ, ਨਾਮਦੇਵ ਤਾਂ ਨੀਵੀਂ ਜਾਤ ਦਾ ਹੈ, ਔਰ ਇਹ ਭਗਵਾਨ ਦੀਆਂ ਗੱਲਾਂ ਕਿਵੇਂ ਕਰ ਲੇਗਾ, ਰੱਬ ਦੀਆਂ ਗੱਲਾਂ ਕਿਵੇਂ ਕਰ ਲੇਗਾ। ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਭਾਈ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਮੈਂ ਆਪਣੇ ਮਾਲਕ ਦੇ ਸਾਹਮਣੇ ਸ਼ਿੰਗਾਰ ਕਰਕੇ ਪ੍ਰਵਾਨ ਹੋਣਾ ਹੈ। ਉੱਥੇ ਸ਼ਿੰਗਾਰ ਬਾਹਰੀ ਨਹੀਂ, ਉੱਥੇ ਸ਼ਿੰਗਾਰ ਹੈ ਗੁਣਾਂ ਦਾ, ਉੱਥੇ ਸ਼ਿੰਗਾਰ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ। ਉੱਥੇ ਸਬਰ ਵਰਗੇ ਤੇ ਨੇਕੀ ਤੇ ਸਚਾਈ ਵਰਗੇ ਗੁਣਾਂ ਦਾ ਜਿਹੜਾ ਸ਼ਿੰਗਾਰ ਕਰਕੇ ਮੈਂ ਆਪਣੇ ਮਾਲਕ ਦੇ ਅੱਗੇ ਪ੍ਰਵਾਨ ਹੋਣਾ। ਰਚ ਰਚ ਤਾਕੋ ਕਰੂੰ ਸ਼ਿੰਗਾਰ। ਅਗਲਾ ਬਚਨ ਆਖਿਆ ਭਲੇ ਨਿੰਦੋ, ਉਹ ਭਲੇ ਨੇ ਜਿਹੜੇ ਮੇਰੀ ਨਿੰਦਾ ਕਰਦੇ, ਉਹ ਚੰਗਾ ਨਿੰਦਾ ਕਰਦੇ ਨੇ। ਤੇ ਕਬੀਰ ਸਾਹਿਬ ਵੀ ਕਹਿੰਦੇ ਨਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਜਿਵੇਂ ਇੱਕ ਮਾਂ ਤੇ ਬਾਪ ਬੱਚੇ ਦੀ ਸੰਭਾਲ ਕਰਦਾ ਨਾ, ਤੁਸੀਂ ਮੇਰੀ ਨਿੰਦਾ ਕਰੋ, ਰੱਜ ਰੱਜ ਕੇ ਨਿੰਦਾ ਕਰੋ, ਤੇ ਮੇਰੀ ਤਾਂ ਇਸ ਨਿੰਦਾ ਕਰਨ ਦੇ ਨਾਲ ਸਗੋਂ ਜ਼ਿੰਦਗੀ ਸਵਰਦੀ। ਤੁਸੀਂ ਮੇਰੀ ਨਿੰਦਾ 'ਚ ਗਲਤਾਨ ਹੋ ਗਏ ਹੋ, ਮੈਂ ਓਨਾ ਹੀ ਸੱਚ ਦੇ ਨੇੜੇ ਹੁੰਦਾ ਜਾ ਰਿਹਾ। ਜਿੰਨਾ ਤੁਸੀਂ ਮੈਨੂੰ ਬੁਰਾ ਕਹਿ ਰਹੇ ਹੋ, ਮੈਂ ਓਨਾ ਹੀ ਸੱਚ ਵੱਲ ਨੂੰ ਤੁਰਿਆ ਜਾ ਰਿਹਾ। ਖੈਰ ਬਾਬਾ ਕਬੀਰ ਸਾਹਿਬ ਜੀ ਨੇ ਵੀ ਇਹ ਸ਼ਬਦ ਕਹੇ, ਸਤਿਗੁਰੂ ਮਹਾਰਾਜ ਦੀ ਬਾਣੀ ਨੇ ਇਹ ਵੀ ਆਖਿਆ, ਚੁਗਲ ਨਿੰਦਕ ਭੁੱਖੇ ਰੁਲ ਮੋਏ। ਅਸਲ ਵਿੱਚ ਚੁਗਲਾਂ ਦੇ ਹੱਥ ਵਿੱਚ ਆਉਂਦਾ ਕੁਝ ਨਹੀਂ ਹੈ। ਚੁਗਲ ਆਖਿਆ ਜਾਂਦਾ ਜਿਹੜਾ ਚੁਗਲੀ ਕਰਨ ਵਾਲਾ। ਚੁਗਲ ਫਾਰਸੀ ਦਾ ਲਫ਼ਜ਼ ਹੈ, ਚੁਗਲੀ ਕਰਨ ਵਾਲਾ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣ ਵਾਲਾ, ਕਿਸੇ ਸੱਚੇ ਸੁੱਚੇ ਵਿਅਕਤੀ ਦੀ ਸ਼ਾਨ ਦੇ ਖਿਲਾਫ ਭੱਦੇ ਸ਼ਬਦ ਕੋਲੋਂ ਘੜ ਕੇ ਬੋਲਣ ਵਾਲਾ, ਉਹਨੂੰ ਆਖਿਆ ਜਾਂਦਾ ਚੁਗਲ, ਉਹਨੂੰ ਆਖਿਆ ਜਾਂਦਾ ਨਿੰਦਕ। ਮਹਾਰਾਜ ਦੀ ਬਾਣੀ ਨੇ ਆਖਿਆ ਜਿਹੜੇ ਚੁਗਲ ਤੇ ਨਿੰਦਕ ਨੇ ਨਾ, ਉਹ ਭੁੱਖੇ ਸਾਰਾ ਦਿਨ ਭੁੱਖੇ ਰਹਿੰਦੇ ਨੇ। ਭੁੱਖੇ ਰਹਿਣ ਦਾ ਅਰਥ ਉਹ ਅੰਦਰੋਂ ਤ੍ਰਿਪਤੀ ਨਹੀਂ ਹੁੰਦੇ, ਉਹ ਸਾਰੀ ਦਿਨ, ਸਾਰਾ ਦਿਨ, ਸਾਰੀ ਰਾਤ ਵੀ ਲੰਘ ਜਾਂਦੀ ਉਹਨਾਂ ਨੂੰ ਚੁਗਲੀਆਂ ਕਰਦਿਆਂ। ਪਰ ਇਹਦੇ ਨਾਲ ਰੱਜ ਥੋੜੀ ਆਵੇਗਾ, ਇਹਨਾਂ ਅਵਗੁਣਾਂ ਨਾਲ ਬੰਦਾ ਰੱਜੇਗਾ ਥੋੜੀ। ਰੱਜਣ ਦੀ ਕੋਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ ਚੁਗਲ ਨਿੰਦਕ ਭੁੱਖੇ ਰੁਲ ਮੋਏ, ਇਹਨਾਂ ਹੱਥ ਨਾ ਕਿਤਾਉ ਪਾਏ। ਇਹਨਾਂ ਵਿਚਾਰਿਆਂ ਦਾ ਕਿਤੇ ਹੱਥ ਵੀ ਨਹੀਂ ਅੜਦਾ, ਇਹ ਤਾਂ ਵਿਚਾਰੇ ਰੁਲ ਗਏ, ਚੁਗਲੀ ਕਰਦੇ, ਨਿੰਦਿਆ ਕਰਦੇ। ਅੱਜ ਦੇ ਸਮੇਂ ਦੇ ਅੰਦਰ ਜਦੋਂ ਕਿਸੇ ਧਰਮ ਦੇ ਨਾਮ ਤੇ ਕੋਈ ਅਡੰਬਰ ਕਰਨ ਵਾਲਾ ਵਿਅਕਤੀ ਜਦੋਂ ਸਮਾਜ ਨੂੰ ਗੁੰਮਰਾਹ ਕਰਦਾ ਏ, ਆਮ ਜਨਤਾ ਨੂੰ ਗੁੰਮਰਾਹ ਕਰਦਾ ਏ ਨਾ, ਜਦੋਂ ਉਹਦੇ ਬਾਰੇ ਸੱਚ ਬੋਲਿਆ ਜਾਂਦਾ ਤੇ ਅਕਸਰ ਹੀ ਲੋਕ ਕਹਿੰਦੇ ਵੀ ਸੰਤਾਂ ਦੀ ਨਿੰਦਿਆ ਨਾ ਕਰਿਆ ਕਰੋ, ਮਹਾਂਪੁਰਖਾਂ ਦੀ ਨਿੰਦਿਆ ਨਾ ਕਰਿਆ ਕਰੋ।
ਮਾਫ ਕਰਿਓ ਗੁਰੂ ਕੇ ਪਿਆਰਿਓ, ਮਹਾਂਪੁਰਖਾਂ ਦੀ ਨਿੰਦਾ ਕਰਨਾ ਤੇ ਬੜਾ ਵੱਡਾ ਗੁਨਾਹ ਹੈ, ਸੰਤਾਂ ਦੀ ਨਿੰਦਾ ਕਰਨਾ ਤੇ ਬੜਾ ਵੱਡਾ ਗੁਨਾਹ ਹੈ। ਪਰ ਜਿਸ ਬੰਦੇ ਨੇ ਬੱਜਰ ਗੁਨਾਹ ਕੀਤਾ ਹੋਵੇ ਉਹਦੇ ਗੁਨਾਹ ਨੂੰ ਬੋਲ ਦੇਣਾ ਇਹ ਨਿੰਦਾ ਨਹੀਂ ਹੁੰਦੀ। ਅਕਸਰ ਹੀ ਅਸੀਂ ਨਿੰਦਾ ਦੀ, ਮਾਇਆ ਦੀ, ਸਤ ਸੰਗਤ ਦੀ ਬੜੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਦੀ ਪਰਿਭਾਸ਼ਾ ਘੜ ਕੇ ਬੈਠੇ ਆ, ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਤਿਆਰ ਕੀਤੀ ਹੈ। ਪਰ ਗੁਰਮਤ ਅਨੁਸਾਰ ਉਹਨੂੰ ਹੀ ਨਿੰਦਾ ਆਖਿਆ ਜਾਂਦਾ ਜੋ ਕੋਈ ਸੱਚਾ ਸੁੱਚਾ ਵਿਅਕਤੀ ਧਰਮ ਦੇ ਰਸਤੇ ਤੇ ਚੱਲ ਰਿਹਾ ਹੋਵੇ, ਉਹਦੇ ਖਿਲਾਫ ਕੋਈ ਐਵੇਂ ਅਣਹੋਈਆਂ ਕਹਾਣੀਆਂ ਘੜ ਕੇ ਤਿਆਰ ਕਰ ਲਵੇ। ਸਤਿਗੁਰੂ ਕਹਿੰਦੇ ਇਹ ਨਿੰਦਾ ਹੈ। ਕਬੀਰ ਸਾਹਿਬ ਕਹਿੰਦੇ ਮੈਨੂੰ ਨਿੰਦੋ ਜਿੰਨਾ ਨਿੰਦਿਆ ਜਾਂਦਾ। ਤੁਹਾਡੇ ਕਹਿਣ ਨਾਲ ਮੈਂ ਬੁਰਾ ਨਹੀਂ ਹੋ ਜਾਵਾਂਗਾ। ਬੰਦਾ ਨਾ ਵੈਸੇ ਭੁੱਖ ਰੱਖਦਾ ਹੈ, ਬੰਦਾ ਦੂਜੇ ਤੇ ਡਿਪੈਂਡ ਹੁੰਦਾ ਵੀ ਜਦੋਂ ਮੈਨੂੰ ਦੂਜੇ ਲੋਕ ਚੰਗਾ ਕਹਿਣਗੇ ਸ਼ਾਇਦ ਮੈਂ ਉਦੋਂ ਹੀ ਚੰਗਾ ਬਣਨਾ, ਪਰ ਦੂਜੇ ਨਹੀਂ ਕਹਿਣਗੇ ਕਦੇ ਵੀ। ਜਦੋਂ ਸਮਾਜਿਕ ਲੋਕ ਕਹਿਣਗੇ ਨਾ ਚੰਗਾ ਹੈ ਤੂੰ, ਤੇ ਸ਼ਾਇਦ ਮੇਰੀ ਇਹਦੇ ਨਾਲ ਸ਼ਾਨ ਵਿੱਚ ਵਾਧਾ ਹੋਵੇਗਾ। ਜਦੋਂ ਮੈਨੂੰ ਸਮਾਜਿਕ ਲੋਕਾਂ ਨੇ ਮਾੜਾ ਕਹਿ ਦਿੱਤਾ ਸ਼ਾਇਦ ਮੈਂ ਕਿਧਰੇ ਮਾੜਾ ਨਾ ਹੋ ਜਾਵਾਂ। ਇਹ ਬੰਦੇ ਦੀ ਆਪਣੀ ਸੋਚ ਹੈ। ਕਬੀਰ ਸਾਹਿਬ ਜੀ ਨੂੰ ਤਾਂ ਸਮਾਜ ਨੇ ਚੰਗਾ ਨਹੀਂ ਆਖਿਆ, ਪਰ ਕਬੀਰ ਸਾਹਿਬ ਦੇ ਅੰਦਰ ਕੌਨਫੀਡੈਂਸ ਹੈ, ਵਿਸ਼ਵਾਸ ਹੈ ਵੀ ਮੈਂ ਇੱਕ ਰੱਬ ਦੇ ਰਸਤੇ ਤੇ ਚੱਲ ਰਿਹਾ ਨਾ, ਲੋਕ ਭਾਵੇਂ ਮੈਨੂੰ ਬੁਰਾ ਕਹਿਣ ਪਰ ਮੈਂ ਚੰਗਾ ਹਾਂ। ਭਗਤ ਨਾਮਦੇਵ ਸਾਹਿਬ ਜੀ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਵੀ ਲੋਕ ਮੈਨੂੰ ਮਾੜਾ ਕਹੀ ਜਾਣ, ਜੋ ਮਰਜ਼ੀ ਕਹੀ ਜਾਣ, ਜੋ ਕਹਿੰਦੇ ਨੇ ਇਹਨਾਂ ਨੂੰ ਰੱਜ ਰੱਜ ਕੇ ਕਹਿਣ ਦਿਓ, ਪਰ ਜਿਹੜਾ ਰਸਤਾ ਮੈਂ ਚੁਣ ਲਿਆ ਨਾ ਇਹਨੂੰ ਕੋਈ ਦੁਨੀਆ ਦਾ ਵਿਅਕਤੀ ਰੋਕ ਨਹੀਂ ਸਕਦਾ। ਭਾਵੇਂ ਲੱਖ ਵਾਰੀ ਮੈਨੂੰ ਬੁਰਾ ਕਵੇ, ਭਾਵੇਂ ਭਲਾ ਕਵੇ, ਮੈਂ ਇਸ ਗੱਲ ਤੋਂ ਹੁਣ ਰੁਕਾਂਗਾ ਨਹੀਂ, ਕਿਉਂਕਿ ਮੈਂ ਆਪਣੇ ਪਿਆਰੇ ਦੇ ਨਾਲ ਸਾਂਝ ਬਣਾ ਲਈ ਹੈ। ਇੱਕ ਬਾਣੀ ਦਾ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਸੱਚਾ ਪਾਤਸ਼ਾਹ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਨਿਮਰਤਾ, ਹਲੀਮੀ, ਸਹਿਜ ਵਿੱਚ ਆ ਕੇ ਆਪਣੇ ਠਾਕਰ ਦੇ ਦੁਆਰੇ ਵੱਲ ਨੂੰ ਜਾਣ ਦੀ ਜਾਚ ਦੱਸੀ ਹੈ। ਆਪਣੇ ਕਰਤਾ ਪੁਰਖ ਵਾਹਿਗੁਰੂ ਦੇ ਉਸ ਘਰ ਦਾ ਦਰਵਾਜ਼ਾ ਖੜਕਾਉਣ ਦੀ ਸਾਨੂੰ ਜਾਚ ਦੱਸੀ ਹੈ। ਉਹ ਬੜਾ ਪਿਆਰਾ ਕੀਮਤੀ ਬਚਨ ਹੈ। ਅਬ ਹਮ ਚੱਲੀ ਠਾਕੁਰ ਪਹਿਹਾਰ, ਰਾਗ ਦੇਵ ਗੰਧਾਰੀ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ ਮੈਂ ਤੁਹਾਡੇ ਦੁਆਰੇ ਤੇ ਆ ਗਈ ਹਾਂ। ਸਤਿਗੁਰੂ ਮਹਾਰਾਜ ਜੀਵ ਇਸਤਰੀ ਦੇ ਰੂਪ ਵਿੱਚ ਇਹ ਗੱਲ ਕਰ ਰਹੇ ਨੇ। ਮੈਂ ਤੇਰੇ ਦਰ ਤੇ ਆ ਗਈ ਹਾਂ ਮੇਰੇ ਮਾਲਕ, ਤੂੰ ਚਾਹੇ ਮੇਰੀ ਰੱਖਿਆ ਕਰ ਲੈ ਤੇ ਚਾਹੇ ਮੇਰੀ ਜਾਨ ਕੱਢ ਲੈ, ਭਾਵੇਂ ਮੈਨੂੰ ਮਾਰ ਦੇ ਤੇ ਭਾਵੇਂ ਮੈਨੂੰ ਰੱਖ ਲੈ, ਬਸ ਮੈਂ ਤੇਰਾ ਹਾਂ। ਅਜਿਹਾ ਰਸਤਾ ਚੁਣ ਲੈਣਾ ਕੋਈ ਛੋਟੀ ਜਿਹੀ ਬਾਤ ਨਹੀਂ ਹੁੰਦੀ। ਰਾਖ ਪ੍ਰਭੂ ਭਾਵੇਂ ਮਾਰ, ਲੋਗਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਮੈਂ ਨਾ ਕਿਸੇ ਤੋਂ ਉਪਮਾ ਦੀ ਆਸ ਰੱਖਦਾ ਹਾਂ ਤੇ ਨਾ ਮੈਨੂੰ ਚਤਰਾਈਆਂ ਚਲਾਕੀਆਂ ਆਉਂਦੀਆਂ ਨੇ। ਬੜੇ ਸਿੱਧੇ ਸਾਦੇ ਸ਼ਬਦ ਨੇ। ਲੋਗਣ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਮੈਂ ਹੁਣ ਤੇਰੇ ਅੱਗੇ ਆਪਣਾ ਆਪਾ ਸਮਰਪਿਤ ਕਰ ਦਿੱਤਾ, ਭਾਵੇਂ ਮੈਨੂੰ ਕੋਈ ਭਲਾ ਕਹਿ ਦੇਵੇ ਤੇ ਭਾਵੇਂ ਬੁਰਾ ਕਹਿ ਦੇਵੇ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਇੱਕ ਨਾ ਅਸੀਂ ਸ਼ਲੋਕ ਅਕਸਰ ਹੀ ਸੁਣਦੇ ਹਾਂ ਜਦੋਂ ਆਨੰਦ ਕਾਰਜ ਹੁੰਦੇ ਨੇ ਨਾ, ਗੁਰਬਾਣੀ ਦਾ ਇਹ ਸ਼ਲੋਕ ਪੜ੍ਹਿਆ ਜਾਂਦਾ ਹੈ, ਬੜੇ ਪਿਆਰ ਨਾਲ ਪੜ੍ਹਿਆ ਜਾਂਦਾ, ਵਾਜੇ ਦੀਆਂ ਸੁਰਾਂ ਤੇ ਪੜ੍ਹਿਆ ਜਾਂਦਾ। ਸਤਿਗੁਰੂ ਮਹਾਰਾਜ ਦੇ ਉਸ ਸ਼ਲੋਕ ਦੇ ਅਰਥ ਜਿਹੜੇ ਆ ਉਹ ਵੀ ਅਸੀਂ ਆਪਣੇ ਢੰਗ ਨਾਲ ਹੀ ਕਰ ਲੈਂਦੇ ਆ ਵੀ ਸ਼ਾਇਦ ਗੁਰੂ ਸਾਹਿਬ ਨੇ ਸਾਨੂੰ ਇਹੋ ਕੁਝ ਹੀ ਆਖਿਆ ਜੋ ਅਸੀਂ ਆਪ ਬਾਹਰੀ ਤੌਰ ਤੇ ਸਮਾਜਿਕ ਤੌਰ ਤੇ ਕਿਰਿਆਵਾਂ ਕਰਦੇ ਆ, ਸ਼ਾਇਦ ਇਹੋ ਹੀ ਸੰਦੇਸ਼ ਦਿੱਤਾ ਹੈ। ਤੋ ਮਹਾਰਾਜ ਜੀ ਇਹ ਸ਼ਬਦ ਹੈ ਜਿਹੜਾ ਪੱਲੇ ਤੈਂਡੇ ਲਾਗੀ ਵਾਲਾ ਸ਼ਬਦ ਅਸੀਂ ਪੜ੍ਹਦੇ ਆ ਨਾ, ਉਹਦਾ ਅਰਥ ਵੀ ਇਹੀ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵਜਾਈ ਛੋੜਿਆ, ਨਾ ਮੈਨੂੰ ਹੁਣ ਉਸਤਤ ਦੀ ਭੁੱਖ ਹੈ ਤੇ ਨਾ ਮੈਨੂੰ ਕੋਈ ਨਿੰਦਿਆ ਦਾ ਡਰ ਹੈ। ਨਾ ਮੇਰੀ ਕੋਈ ਨਿੰਦਿਆ ਕਰ ਜਾਵੇ ਨਾ ਮੈਨੂੰ ਇਹਦਾ ਵੀ ਕੋਈ ਖਤਰਾ ਨਹੀਂ ਹੈ, ਮੇਰੀ ਕੋਈ ਉਸਤਤ ਕਰ ਜਾਵੇ ਤੇ ਮੈਨੂੰ ਇਹਦੇ ਨਾਲ ਵੀ ਕੋਈ ਭੁੱਖ ਨਹੀਂ ਹੈ, ਮੈਨੂੰ ਕੋਈ ਲਾਲਸਾ ਨਹੀਂ ਹੈ ਵੀ ਕੋਈ ਮੇਰੀ ਉਸਤਤ ਕਰੇ। ਤੇ ਬਾਬੇ ਦੀ ਬਾਣੀ ਨੇ ਆਖਿਆ ਉਸਤਤ ਨਿੰਦਾ ਦੋ ਤਿਆਗੈ, ਨਾ ਤੂੰ ਉਸਤਤ ਦੀ ਭੁੱਖ ਰੱਖ ਤੇ ਨਾ ਤੂੰ ਨਿੰਦਿਆ ਦਾ ਡਰ ਰੱਖ ਕੇ ਤੈਨੂੰ ਕੋਈ ਮਾੜਾ ਕਹਿ ਜਾਵੇਗਾ। ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ, ਖੋਜੇ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਇਹ ਖੇਲ ਬੜਾ ਕਠਨ ਹੈ, ਇਹ ਬੜੀ ਔਖੀ ਬਾਤ ਹੈ, ਪਰ ਕਿਸੇ ਗੁਰਮੁਖ ਪਿਆਰੇ ਦੇ ਹਿੱਸੇ ਹੀ ਆਉਂਦੀ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਕਹਿੰਦੇ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵਜਾਈ ਛੋੜਿਆ, ਹਬ ਕਿਜ ਤਿਆਗੀ, ਨਾ ਮੈਨੂੰ ਉਸਤਤ ਦੀ ਭੁੱਖ ਹੈ ਨਾ ਮੈਨੂੰ ਨਿੰਦਾ ਦਾ ਕੋਈ ਡਰ ਹੈ, ਮੈਂ ਸਭ ਕੁਝ ਹੀ ਤਿਆਗ ਦਿੱਤਾ।
ਅਗਲਾ ਬਚਨ ਆਖਿਆ, ਹੱਬੇ ਸਾਕ ਕੁੜਾਵੇ ਡਿੱਠੇ। ਇਹ ਮੈਨੂੰ ਸਾਕ ਝੂਠੇ ਲੱਗਦੇ ਨੇ। ਉਸਤਤ ਵਾਲਾ ਸਾਕ ਰਿਸ਼ਤਾ, ਨਿੰਦਾ ਵਾਲਾ ਰਿਸ਼ਤਾ, ਇਹ ਸਾਰੇ ਮੈਨੂੰ ਝੂਠੇ ਲੱਗਦੇ, ਫਿੱਕੇ ਲੱਗਦੇ ਨੇ। ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਮੈਂ ਤਾਂ ਤੇਰੇ ਪੱਲੇ ਨਾ ਲੱਗ ਗਈ ਮੇਰੇ ਮਾਲਕ। ਰਾਖ ਪ੍ਰਭੂ ਭਾਵੇਂ ਮਾਰ ਲੋਗਣ ਕੀ ਚਤਰਾਈ, ਉਪਮਾ ਤੇ ਬੈ ਸੰਤਰ ਜਾਰ। ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਫਿਰ ਮਹਾਰਾਜ ਨੇ ਆਖਰੀ ਬਚਨ ਆਖਿਆ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸ਼ਰਨ ਤੁਮਾਰੀ, ਹਰ ਜੀਓ ਰਾਖੋ ਲਾਜ ਮੁਰਾਰ। ਹੇ ਮੁਰਾਰੀ, ਹੇ ਕਰਤਾ ਪੁਰਖ ਵਾਹਿਗੁਰੂ, ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਨਾ, ਤੁਸੀਂ ਉਹਦੀ ਲੱਜਾ ਰੱਖਦੇ ਹੋ, ਉਹਦੇ ਤੇ ਬਖਸ਼ਿਸ਼ ਕਰਦੇ ਹੋ, ਉਹਦੇ ਤੇ ਕਿਰਪਾ ਕਰਦੇ ਹੋ, ਉਹਨੂੰ ਗੁਣਵਾਨ ਬਣਾ ਦਿੰਦੇ ਹੋ। ਤਾਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮੇਰੀ ਭਾਵੇਂ ਨਿੰਦਾ ਕਰਨ ਲੋਕ, ਭਾਵੇਂ ਉਸਤਤ ਕਰਨ, ਮੈਨੂੰ ਹੁਣ ਇਸ ਗੱਲ ਦੀ ਪਰਵਾਹ ਨਹੀਂ, ਕਿਉਂਕਿ ਮੈਂ ਆਪਣੇ ਪਿਆਰੇ ਦੇ ਨਾਲ ਆਪਣਾ ਸਨੇਹ ਜੋੜ ਲਿਆ। ਮਹਾਰਾਜ ਆਖਦੇ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ। ਵੀ ਇਹ ਵੀ ਇੱਕ ਅਸੀਸ ਦਿੱਤੀ ਵੀ ਤੁਹਾਡਾ ਭਲਾ ਹੋਵੇ, ਵੀ ਤੁਸੀਂ ਨਿੰਦਾ ਕਰਦੇ ਹੋ, ਕਰੀ ਜਾਓ, ਤੁਸੀਂ ਆਪਣਾ ਸਮਾਂ ਗੁਜ਼ਾਰੀ ਜਾਣਾ, ਮੈਂ ਆਪਣਾ ਗੁਜ਼ਾਰੀ ਜਾਣਾ। ਤਨ ਮਨ ਰਾਮ ਪਿਆਰੇ ਜੋਗ, ਮੇਰਾ ਤਨ ਤੇ ਮਨ ਮੇਰੇ ਪਿਆਰੇ ਦੇ ਮੈਂ ਹਵਾਲੇ ਕਰ ਦਿੱਤਾ। ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਮੈਂ ਕਿਸੇ ਬਹਿਸ ਮਵਾਸੇ ਵਿੱਚ ਨਹੀਂ ਪੈਣਾ ਚਾਹੁੰਦਾ। ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਮੈਂ ਵਾਦ ਵਿਵਾਦ ਤੇ ਫਾਲਤੂ ਦੇ ਝਗੜਿਆਂ ਵਿੱਚ ਜੀਵਨ ਨਹੀਂ ਗੁਜ਼ਾਰਨਾ ਚਾਹੁੰਦਾ। ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਾਮ ਰਸਨਾ ਰਾਮ ਰਸਾਇਣ ਪੀਜੈ। ਮੈਂ ਰਸਨਾ ਦੇ ਦੁਆਰਾ ਉਸ ਰਮੇ ਹੋਏ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਰਸ ਲੈ ਰਿਹਾ ਹਾਂ। ਮੈਂ ਵਾਦ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ, ਮੈਂ ਚੁਗਲੀ ਨਿੰਦਿਆ ਵਾਲੇ ਸਿਲਸਿਲੇ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਤਾਂ ਰਸਨਾ ਦੇ ਦੁਆਰਾ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਰਸ ਚੱਖ ਰਿਹਾ। ਅਬ ਜੀ ਜਾਨ ਐਸੀ ਬਣ ਆਈ, ਹੁਣ ਮੇਰੀ ਜਿੰਦ ਮਾਲਕ ਦੇ ਹਵਾਲੇ ਹੋ ਗਈ ਹੈ। ਮੈਂ ਮਾਲਕ ਦਾ ਹੋ ਗਿਆ ਤੇ ਕਰਤਾ ਪੁਰਖ ਮੇਰਾ ਹੋ ਗਿਆ। ਮਿਲੋ ਗੋਪਾਲ ਨਿਸ਼ਾਨ ਬਜਾਈ, ਮੈਂ ਆਪਣੇ ਗੋਪਾਲ ਦਾ ਅਰਥ ਹੁੰਦਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਮੈਂ ਤਾਂ ਉਹਦਾ ਹੀ ਹੋ ਕੇ ਰਹਿ ਗਿਆ। ਮੈਂ ਤਾਂ ਹੁਣ ਬਸ ਦੂਜਾ ਕੋਈ ਮੇਰੇ ਲਈ ਰਸਤਾ ਨਹੀਂ। ਜੇ ਮੈਨੂੰ ਕੋਈ ਯਤਨ ਵੀ ਕਰੇ ਨਾ ਨਿੰਦਾ ਕਰਕੇ ਸੱਚ ਤੋਂ ਭਟਕਾਉਣ ਦਾ, ਪਰ ਮੈਂ ਕਿਧਰੇ ਵੀ ਕਿਸੇ ਦੇ ਕਹੇ ਮੁਤਾਬਕ ਭਟਕਾਂਗਾ ਨਹੀਂ। ਉਸਤਤ ਨਿੰਦਾ ਕਰੇ ਨਰ ਕੋਈ, ਕੋਈ ਉਸਤਤ ਕਰ ਲੇ, ਕੋਈ ਨਿੰਦਾ ਕਰ ਲਵੇ। ਨਾਮੇ ਸ੍ਰੀ ਰੰਗ ਭੇਟਲ ਸੋਈ, ਨਾਮੇ ਨੇ ਤਾਂ ਸ੍ਰੀ ਰੰਗ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਬਣਾ ਲਈ ਹੈ। ਮੈਂ ਸਦਕੇ ਜਾਵਾਂ ਉਸ ਆਪਣੇ ਸੁਆਮੀ ਮਾਲਕ ਵਾਹਿਗੁਰੂ ਦੇ, ਜਿਸ ਦੀ ਕਿਰਪਾ ਦੇ ਦੁਆਰਾ ਮੇਰੇ ਅੰਦਰੋਂ ਇਹ ਜਿਹੜੀ ਬੁਰੀ ਆਦਤ ਸੀ ਉਸਤਤ ਦੀ, ਭੁੱਖ ਦੀ ਤੇ ਨਿੰਦਾ ਦੇ ਡਰ ਦੀ, ਉਹ ਦੂਰ ਹੋ ਗਈ ਹੈ। ਮੈਨੂੰ ਹੁਣ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ। ਗੁਰੂ ਕੇ ਪਿਆਰਿਓ, ਸਮਾਜ ਵਿੱਚ ਰਹਿੰਦੇ ਆ ਨਾ, ਸਾਨੂੰ ਇੱਕ ਬੜਾ ਵੱਡਾ ਖਤਰਾ ਹੁੰਦਾ ਵੀ ਜੇ ਬੱਚੇ ਬੱਚੀ ਦਾ ਵਿਆਹ ਕਰਨਾ ਤੇ ਬੜਾ ਵਧੀਆ ਤੇ ਬੜੇ ਟੌਰ ਨਾ ਕਰਨਾ, ਵੀ ਕਿਤੇ ਲੋਕ ਨਾ ਕਹਿ ਦੇਣ। ਸਾਨੂੰ ਲੋਕਾਂ ਦੀ ਪਰਵਾਹ ਜ਼ਿਆਦਾ ਹੁੰਦੀ ਹੈ। ਸਾਡੇ ਤਨ ਤੇ ਪਹਿਨਿਆ ਕੱਪੜਾ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਹੋਵੇ ਨਾ, ਪਰ ਸਾਨੂੰ ਪਰਵਾਹ ਇਹ ਹੁੰਦੀ ਹੈ ਵੀ ਕਿਧਰੇ ਲੋਕ ਇਹਨੂੰ ਪਸੰਦ ਕਰਨਗੇ ਕਿ ਨਹੀਂ ਕਰਨਗੇ। ਜਦੋਂ ਵੀ ਬੰਦਾ ਤੁਰਦਾ ਹੈ ਨਾ, ਉਹ ਦੁਨੀਆ ਵਾਲਿਆਂ ਨੂੰ ਸਾਹਮਣੇ ਰੱਖ ਕੇ ਤੁਰਦਾ ਹੈ, ਆਪਣੀ ਮਰਜ਼ੀ ਨਾਲ ਥੋੜੀ ਤੁਰਦਾ ਹੈ। ਵੀ ਜੇ ਮੇਰੇ ਤਨ ਤੇ ਪਹਿਨਿਆ ਕੱਪੜਾ, ਮੈਂ ਭਾਵੇਂ ਜਿੰਨਾ ਮਰਜ਼ੀ ਕੱਪੜਾ ਮਹਿੰਗਾ ਲੈ ਕੇ ਆਇਆ ਹੋਵਾਂ ਨਾ, ਜੇ ਲੋਕਾਂ ਨੇ ਨਿੰਦ ਦਿੱਤਾ ਤੇ ਖੋਰੇ ਕੀ ਹੋਵੇਗਾ। ਜੇ ਕਿਸੇ ਦੇ ਪਸੰਦ ਨਾ ਆਇਆ, ਇਹਦਾ ਅਰਥ ਬੰਦੇ ਦੀ ਆਪਣੀ ਥਿੰਕਿੰਗ ਕੋਈ ਨਹੀਂ ਹੈ। ਦੁਨੀਆ ਵਾਲਿਆਂ ਦੀ ਸੋਚ ਨਾਲ ਚੱਲਦਾ ਹੈ, ਸਮਾਜ ਦੀ ਸੋਚ ਨਾਲ ਚੱਲਦਾ ਹੈ। ਵੀ ਜੇ ਕਿਧਰੇ ਮੈਂ ਘਰ ਵਿੱਚ ਪਰਿਵਾਰ ਵਿੱਚ ਬੱਚੇ ਬੱਚੀ ਦੇ ਵਿਆਹ ਤੇ ਇੰਨਾ ਖਰਚ ਨਾ ਕੀਤਾ, ਇਦਾਂ ਦੇ ਪਦਾਰਥ ਤਿਆਰ ਨਾ ਕੀਤੇ, ਇਦਾਂ ਦਾ ਮਾਹੌਲ ਨਾ ਸਿਰਜਿਆ, ਤੇ ਲੋਕ ਕੀ ਕਹਿਣਗੇ। ਤੇ ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਲੋਕ ਕੇ ਨਿੰਦੇ ਬੱਪੜਾ ਜੇ ਮਨ ਨਾਹੀ ਗਿਆਨ। ਇਹ ਲੋਕ ਤਾਂ ਹੀ ਨਿੰਦਿਆ ਕਰਦੇ ਨਾ, ਇਹਨਾਂ ਦੇ ਅੰਦਰ ਗਿਆਨ ਨਹੀਂ ਹੈ, ਸੋਝੀ ਨਹੀਂ ਹੈ। ਬਾਬਾ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਵੀ ਜਦੋਂ ਮੈਂ ਜਾਣ ਲਿਆ ਤੇ ਮੇਰਾ ਮਨ ਕਰਤਾ ਪੁਰਖ ਨਾਲ ਜੁੜ ਗਿਆ, ਮੇਰਾ ਮਨ ਸੱਚ ਨਾਲ ਜੁੜ ਗਿਆ, ਮੇਰਾ ਮਨ ਧਰਮ ਦੇ ਰਸਤੇ ਤੇ ਚੱਲ ਪਿਆ। ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੇ, ਨਾ ਭਤੀਜੇ ਤੌਖਿਆ ਕੀਜੈ। ਵੀ ਲੋਕ ਮੇਰੇ ਕੰਮਾਂ ਤੇ ਖੁਸ਼ ਹੋਣ, ਇਹ ਮੈਨੂੰ ਕੋਈ ਆਸ ਨਹੀਂ ਹੈ। ਲੋਕ ਮੈਨੂੰ ਚੰਗਾ ਕਹਿਣ, ਮੈਨੂੰ ਇਹ ਆਸ ਨਹੀਂ ਹੈ, ਨਾ ਮੈਂ ਇਹ ਆਸ ਰੱਖਦਾ। ਮੇਰਾ ਮਨ ਪਤੀਜ ਗਿਆ, ਮੇਰਾ ਮਨ ਜੁੜ ਗਿਆ। ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ। ਇਹਨਾਂ ਨੇ ਮੈਨੂੰ ਕੀ ਕਰ ਲੈਣਾ, ਵੱਧ ਤੋਂ ਵੱਧ ਮੇਰੀ ਨਿੰਦਾ ਹੀ ਕਰ ਲੈਣਗੇ।
ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਆਓ ਗੁਰੂ ਕੇ ਪਿਆਰਿਓ, ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਜੀਵਨ ਵਿੱਚ ਆਧਾਰ ਮੰਨ ਕੇ ਚੱਲੀਏ ਤੇ ਆਪਣੇ ਜੀਵਨ ਵਿੱਚੋਂ ਇਹ ਤੌਖਲੇ ਦੂਰ ਕਰੀਏ, ਸੰਸੇ ਦੂਰ ਕਰੀਏ। ਕੋਈ ਮੈਨੂੰ ਮਾੜਾ ਕਹਿ ਜਾਵੇਗਾ, ਕੋਈ ਚੰਗਾ ਕਵੇ, ਇਹ ਭੁੱਖ ਬੰਦੇ ਦੇ ਹਰ ਇੱਕ ਦੇ ਅੰਦਰ ਹੁੰਦੀ ਵੀ ਦੁਨੀਆ ਦੇ ਲੋਕ ਮੈਨੂੰ ਚੰਗਾ ਕਹਿਣ। ਤਾਂ ਇੱਕ ਗੱਲ ਧਿਆਨ ਰੱਖਿਓ, ਚੰਗਾ ਕਹਿਣ ਜਾਂ ਕੋਈ ਚੰਗਾ ਕਹਿੰਦਾ ਹੋਵੇ ਨਾ, ਇਹਨੂੰ ਘੰਟਿਆਂ ਬੱਧੀ ਬੰਦਾ ਸੁਣ ਲਵੇਗਾ ਵੀ ਮੈਨੂੰ ਲੋਕ ਚੰਗਾ ਕਹਿ ਰਹੇ ਨੇ। ਪਰ ਇੱਕ ਹੀ ਗੱਲ ਕਿਧਰੇ ਕੋਈ ਸ਼ਾਨ ਦੇ ਖਿਲਾਫ ਕਹਿ ਦੇਵੇ ਨਾ, ਬੰਦਾ ਸੁਣ ਨਹੀਂ ਸਕਦਾ, ਭੱਜ ਉੱਠੇਗਾ। ਕਿਉਂਕਿ ਹੰਕਾਰ ਇੰਨਾ ਖਤਰਨਾਕ ਹੁੰਦਾ ਹੈ ਵੀ ਜਿਹੜਾ ਰਾਤ ਦੇ ਨਹੀਂ ਬੰਦੇ ਨੂੰ ਇਸ ਪਾਸੇ ਪ੍ਰੇਰਿਤ ਕਰਦਾ ਵੀ ਤੈਨੂੰ ਲੋਕ ਚੰਗਾ ਹੀ ਕਹਿਣ, ਕੋ ਮਾੜਾ ਨਾ ਕਹਿ ਜਾਵੇ। ਆਓ ਗੁਰੂ ਕੇ ਪਿਆਰਿਓ, ਦ੍ਰਿੜਤਾ ਬਣਾਈਏ। ਗੁਰੂ ਸਾਹਿਬ ਨੂੰ ਕਿਹੜਾ ਲੋਕਾਂ ਨੇ ਚੰਗਾ ਆਖਿਆ? ਗੁਰੂ ਸਾਹਿਬ ਦੇ ਬਾਰੇ ਵੀ ਤਾਂ ਕਈ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ। ਗੁਰੂ ਸਾਹਿਬ ਨੇ ਆਖਿਆ ਵੀ ਜਿਉਂਦੇ ਵਸਦੇ ਰਹੋ। ਗੁਰੂ ਸਾਹਿਬ ਨੇ ਆਖਿਆ ਵੀ ਤੁਸੀਂ ਚੰਗੇ ਹੋ ਜਿੱਥੇ ਕੁ ਬੈਠੇ ਹੋ। ਆਓ ਗੁਰੂ ਕੇ ਪਿਆਰਿਓ, ਦ੍ਰਿੜਤਾ ਬਣਾਈਏ, ਬਾਣੀ ਬਾਣੇ ਨਾਲ ਪ੍ਰੇਮ ਪਿਆਰ ਬਣਾ ਕੇ, ਉਸਤਤ ਨਿੰਦਾ ਦੇ ਡਰ ਤੋਂ ਤੇ ਉਸਤਤ ਦੀ ਭੁੱਖ ਤੋਂ ਬਚ ਕੇ ਕੇਵਲ ਗੁਰੂ ਵਾਲੇ ਬਣ ਜਾਈਏ। ਹਮ ਤਨ ਦੀ ਉਹ ਹੈ ਢਾਰ ਦੀ ਵਿਚਾਰ ਨਾ ਚੱਲੀਏ। ਸਤਿਗੁਰੂ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਕਰਨੀ, ਬਾਣੀ ਤੇ ਬਾਣੇ ਦੀ ਵਿਚਾਰ ਸਾਡੇ ਹਿਰਦਿਆਂ ਤੇ ਵਸ ਜਾਵੇ। ਸਾਰਿਆਂ ਦਾ ਧੰਨਵਾਦ, ਸ਼ੁਕਰ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਫਤਿਹ ਨਾਲ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।